HM Films, a complete film production house. We promote your business on cinema screen, television, FM radio, newspaper and social media. We take your brand to your audience. Call HM Films 9881 91277. नमस्कार, मैं रजनी डड़वाल, वाइफ ऑफ श्री रमेश डड़वाल, भवानी नगर की रहने वाली हूँ। मैं 5 साल तो काउंसलर सी और मेरी क्वालिफिकेशन BA फर्स्ट ईयर। मैं 2 साल का कंप्यूटर का डिप्लोमा किया। 1 साल मैं ट्रेनिंग ते स्टिचिंग का कोर्स किया। 6 मंथ का मैं ब्यूटिशियन का कोर्स किया और असी तकरीबन इतों भवानी नगर च 96 की मेरी मैरिज है तो उस टाइम तो असी भवानी नगर रह रही। मैनू तो काउंसलर बनने का शौक नहीं सीगा, लेकिन मेरे हसबैंड ने 2008 इलैक्शन लड़िया सी
ਔਰ ਉਸ ਤੋਂ ਬਾਅਦ ਬਹੁਤ ਮਿਹਨਤ ਕੀਤੀ। 2008 ਤੋਂ ਬਾਅਦ ਇਲੈਕਸ਼ਨ ਹਾਰ ਗਏ ਸੀਗੇ, ਲੇਕਿਨ ਫਿਰ ਉਸ ਤੋਂ ਬਾਅਦ ਉਹ ਸਮਾਜ ਨਾਲ ਜੁੜੇ ਰਹੇ। ਉਸ ਤੋਂ ਬਾਅਦ ਸਾਡੀ ਵਾਰਡ ਨੰਬਰ 1 ਦੀ ਸੀਟ ਹੈ ਉਹ ਰਿਜ਼ਰਵ ਕਰ ਦਿੱਤੀ। ਔਰ ਫਿਰ ਉਸ ਤੋਂ ਬਾਅਦ ਕਿਉਂਕਿ ਮੇਰੇ ਹਸਬੈਂਡ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀਗੀ ਇਸ ਵਾਰਡ ਵਿੱਚ, ਲੋਕਾਂ ਦੀਆਂ ਸਮੱਸਿਆ ਨਾਲ ਬਹੁਤ ਜੂਝੇ ਆ, ਉਹ ਬਹੁਤ ਉਹਨਾਂ ਨੇ ਕੰਮ ਕੀਤਾ ਹੈਗਾ, ਬਹੁਤ ਵਿਚਰੇ ਆ ਉਹ, ਤੇ ਉਹਨਾਂ ਦੀ ਮਿਹਨਤ ਸਦਕਾ ਜਿਹੜਾ ਮੈਨੂੰ ਇਹ ਇਲੈਕਸ਼ਨ ਲੜਨਾ। ਜਦੋਂ ਮੈਂ ਪਹਿਲੀ ਵਾਰ ਇਲੈਕਸ਼ਨ ਜਿੱਤੀ, ਮੈਨੂੰ ਤੇ ਖੁਸ਼ੀ ਜਿਹੜੀ ਹੋਈ, ਮੇਰੇ ਹਸਬੈਂਡ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਮੇਰੇ ਪਰਿਵਾਰ ਮੈਂਬਰਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਬਹੁਤ ਖੁਸ਼ੀ ਹੋਈ ਸੀ। ਸਭ ਤੋਂ ਜ਼ਿਆਦਾ ਜਿਹੜੀ ਸਟਰੀਟ ਲਾਈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹੀ ਹੈ, ਵਾਟਰ ਸਪਲਾਈ ਦੀ, ਸੀਵਰੇਜ ਦੀ। ਔਰ ਸੀਵਰੇਜ ਕਿਉਂਕਿ ਵਾਟਰ ਸਪਲਾਈ ਨਹੀਂ ਸੀਗਾ ਸਾਡੇ ਵਾਰਡ ਵਿੱਚ, ਉਹਦੇ ਕਰਕੇ ਸੜਕਾਂ ਦੀ ਦਿੱਕਤ ਵੀ ਜਿਹੜੀ ਸੀਗੀ ਉਹ ਸੇਮ ਬਣੀ ਹੋਈ ਸੀਗੀ, ਕਿਉਂਕਿ ਸਰਕਾਰ ਨੇ ਕਹਿ ਦਿੱਤਾ ਸੀਗਾ ਕਿ ਜਿੱਥੇ ਵਾਟਰ ਸਪਲਾਈ ਔਰ ਸੀਵਰੇਜ ਨਹੀਂ ਹੈਗਾ ਉੱਥੇ ਸੜਕਾਂ ਵੀ ਨਹੀਂ ਬਣਨਗੀਆਂ। ਆਪਣੀ ਪੋਕਟ ਤੋਂ ਵੀ ਬਹੁਤ ਜ਼ਿਆਦਾ ਖਰਚਾ ਕੀਤਾ ਹੈਗਾ ਹੈ। ਔਰ ਸੀਵਰੇਜ ਦੀ ਤੇ ਵਾਟਰ ਸਪਲਾਈ ਦੀ ਪ੍ਰੋਬਲਮ ਤੇ ਰਹੀ ਹੈਗੀ ਹੈ। ਪਾਣੀ ਦੀ ਦਿੱਕਤ ਬਹੁਤ ਜ਼ਿਆਦਾ ਸੀਗੀ ਕਿਉਂਕਿ 2 ਹੀ ਟਿਊਬਲ ਲੱਗੇ ਸੀਗੇ, ਏਰੀਆ ਬਹੁਤ ਜ਼ਿਆਦਾ ਵੱਧ ਗਿਆ, ਡਿਵੈਲਪ ਹੋ ਗਿਆ ਸੀਗਾ। ਔਰ ਪਾਣੀ ਦਾ ਤੁਸੀਂ ਜਾਣਦੇ ਹੋ ਕਿ ਲੈਵਲ ਵੀ ਬਹੁਤ ਜ਼ਿਆਦਾ ਡਾਊਨ ਚਲਾ ਗਿਆ। ਇਸ ਕਰਕੇ ਆਏ ਦਿਨ ਸਮੱਸਿਆ ਰਹਿੰਦੀ ਸੀਗੀ, ਖਾਸ ਕਰਕੇ ਗਰਮੀਆਂ ਨੂੰ ਪਾਣੀ ਦੀ ਸਮੱਸਿਆ ਬਹੁਤ ਰਹਿੰਦੀ ਸੀਗੀ, ਜਿਹਦੇ ਕਰਕੇ ਅਸੀਂ ਫਿਰ ਇੱਕ ਜਿਹੜਾ ਟਿਊਬਲ ਵਾਸਤੇ ਵੀ ਇੱਕ ਰਿਕੁਐਸਟ ਪਾਈ ਸੀਗੀ, ਐਪਲੀਕੇਸ਼ਨ ਦਿੱਤੀ ਸੀਗੀ ਕਿ ਸਾਡੇ ਵਾਰਡ ਵਿੱਚ ਜਿਹੜਾ ਇੱਕ ਟਿਊਬਲ ਜਿਹੜਾ ਲਗਾਇਆ ਜਾਏ, ਔਰ ਉਹਦੀ ਮਨਜ਼ੂਰੀ ਵੀ ਸਾਨੂੰ ਫਿਰ ਮਿਲ ਗਈ ਸੀ। ਮੈਂ ਦੱਸ ਚੁੱਕੀ ਹਾਂ ਕਿ ਮੇਰੇ ਵਾਰਡ ਵਿੱਚ ਸਮੱਸਿਆ ਸੀਵਰੇਜ ਤੇ ਵਾਟਰ ਸਪਲਾਈ ਦੀ ਹੀ ਸਭ ਤੋਂ ਜ਼ਿਆਦਾ ਰਹੀ ਹੈਗੀ ਹੈ, ਪਾਣੀ ਦੀ ਸਮੱਸਿਆ ਰਹੀ ਹੈਗੀ ਹੈ। ਔਰ ਜਿਹਦੇ ਕਰਕੇ ਇੱਕ ਜਗ੍ਹਾ ਵੀ ਨਹੀਂ ਹੈਗੀ, ਕੋਈ ਜਗ੍ਹਾ ਵੀ ਸਪੇਅਰ ਨਹੀਂ ਛੱਡੀ, ਕੋਈ ਪਾਰਕ ਨਹੀਂ ਹੈਗਾ ਕਿ ਅਸੀਂ ਟਿਊਬਲ ਵਾਸਤੇ ਰਿਕੁਐਸਟ ਦਿੱਤੀ ਹੈਗੀ ਹੈ। ਔਰ ਫਿਰ ਸਾਡਾ ਜ਼ਿਆਦਾ ਟਿਊਬਲ ਲਗਾਉਣ ਦੀ ਮਨਜ਼ੂਰੀ ਜਦੋਂ ਮਿਲ ਗਈ, ਫਿਰ ਜਗ੍ਹਾ ਦੀ ਆ ਕੇ ਸਮੱਸਿਆ ਰੁਕ ਗਈ ਕਿ ਟਿਊਬਲ ਲਗਾਇਆ ਕਿੱਥੇ ਜਾਏ। ਔਰ ਫਿਰ ਸਾਡੇ ਵਾਰਡ ਵਿੱਚ ਸਾਡੇ ਸ਼ਰਮਾ ਜੀ ਰਹਿੰਦੇ ਹੈਗੇ ਹੈ, ਫਿਰ ਉਹਨਾਂ ਨੇ 2 ਮਰਲੇ ਜਗ੍ਹਾ ਉਹਨਾਂ ਨੇ ਦਾਨ ਦਿੱਤੀ, ਤੇ ਉੱਥੇ ਜਾ ਕੇ ਅਸੀਂ ਉਹਨਾਂ ਨੇ ਐਪਲੀਕੇਸ਼ਨ ਦੇ ਕੇ ਤੇ ਫਿਰ ਅਸੀਂ ਉੱਥੇ ਜਿਹੜਾ ਟਿਊਬਲ ਜਿਹੜਾ ਉਹ ਲਗਾਇਆ। ਔਰ ਉੱਥੇ ਟਿਊਬਲ ਲਗਾਉਣ ਦੇ ਕਾਰਨ ਇੱਕ ਸਮੱਸਿਆ ਸਰ ਹੋਰ ਪੈਦਾ ਹੋ ਗਈ, ਕਿਉਂਕਿ ਉੱਥੇ ਜਿਹੜੀ ਸਮੱਸਿਆ ਹੈਗੀ ਹੈ ਲਾਈਟ ਦੀ ਸਰ। ਔਰ ਲਾਈਟ ਦੀ ਸਮੱਸਿਆ ਇਹ ਹੈਗੀ ਕਿ ਉਹ ਜਿਹੜਾ ਕਨੈਕਸ਼ਨ ਹੈਗਾ ਉਹ ਪਿੰਡਾਂ ਦਾ, ਔਰ ਉਹ ਕੰਮ ਵੀ ਸਾਡਾ ਪ੍ਰੋਸੈਸ ਹੈ, ਤੇ ਲੇਕਿਨ ਸਮੱਸਿਆ ਸਾਡੀ ਸਰ ਉਵੇਂ ਦੀ ਉਵੇਂ ਖੜੀ ਹੈ, ਕਿਉਂਕਿ ਪਿੰਡਾਂ ਦੀ ਲਾਈਟ ਚਲੀ ਜਾਂਦੀ ਹੈਗੀ ਹੈ। ਜਦੋਂ ਪਿੰਡਾਂ ਦੀ ਲਾਈਟ ਚਲੀ ਜਾਂਦੀ ਹੈ ਤੇ ਸਾਡਾ ਟਿਊਬਲ ਜਿਹੜਾ ਹੈਗਾ ਉਹ ਬੰਦ ਹੋ ਜਾਂਦਾ, ਤੇ ਲੋਕਾਂ ਨੂੰ ਹਾਲੇ ਵੀ ਪਾਣੀ ਦੀ ਸਮੱਸਿਆ ਜਿਹੜੀ ਆ ਰਹੀ ਹੈਗੀ ਹੈ। ਅਸੀਂ ਇਸ ਸਮੱਸਿਆ ਨੂੰ ਮਤਲਬ ਐਪਲੀਕੇਸ਼ਨ ਦੇ ਚੁੱਕੇ ਹਾਂ, ਸਾਰੇ ਮੁਹੱਲੇ ਦੇ ਜਿਹੜੇ ਹੈ ਉਹ ਸਾਈਨ ਕਰਵਾ ਕੇ ਅਸੀਂ ਪਿਛਲੀ ਲਾਸਟ ਫਰਵਰੀ ਦੇ ਉੱਤੇ ਦੇ ਚੁੱਕੇ ਹੈਗੇ ਹਾਂ ਐਪਲੀਕੇਸ਼ਨ। ਔਰ ਉਹ ਕਹਿੰਦੇ ਆ ਕਿ ਜਲਦ ਸਮੱਸਿਆ ਦਾ ਹੱਲ ਹੋ ਜਾਏਗਾ। ਉਹ ਸਮੱਸਿਆ ਵੀ ਇਸ ਕਰਕੇ ਹੱਲ ਨਹੀਂ ਹੋ ਰਹੀ ਕਿਉਂਕਿ ਜਿਹੜੇ ਖੰਭੇ ਹੈਗੇ, ਜਿਹੜਾ ਮਤਲਬ ਕਿ ਸਟੇ ਚੱਲ ਰਿਹਾ ਮੇਨ ਰੋਡ ਦਾ, ਔਰ ਜਦੋਂ ਉਹ ਹੱਲ ਹੋ ਜਾਏਗਾ ਤੇ ਫੀਡਰ ਜਿਹੜਾ ਉਹ ਜਿਹੜਾ ਖੰਭੇ ਜੋ ਪਿੱਛੇ ਚਲੇ ਜਾਣਗੇ ਤੇ ਉਹ ਕੰਟੀਨਿਊ ਕਹਿੰਦੇ ਕਿ ਤੁਹਾਡਾ ਜਿਹੜਾ ਲਾਈਟ ਜਿਹੜੀ ਉਹ ਚੇਂਜ ਕੀਤੀ ਜਾਏਗੀ। ਇੱਕ ਸਮੱਸਿਆ ਜਿਹੜੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਜਿਹੜੀ ਮੇਨ ਸਮੱਸਿਆ ਰਹਿ ਗਈ ਹੈ, ਜਿਹੜੀ ਸਾਨੂੰ ਅੱਗੇ ਮਤਲਬ ਫੇਸ ਕਰਨੀ ਪਏਗੀ ਜੇ ਅਗਰ ਸਾਨੂੰ ਪਬਲਿਕ ਮੌਕਾ ਦਿੰਦੀ ਹੈ, ਤੇ ਉਹ ਹੈਗੀਆਂ ਸੜਕਾਂ ਸਰ। ਕਿਉਂਕਿ ਸੀਵਰੇਜ ਵੀ ਸਾਡੀ ਟਰਮ 'ਚ ਪਿਆ, ਵਾਟਰ ਸਪਲਾਈ ਦਾ ਕੰਮ ਵੀ ਅਸੀਂ ਪੂਰਾ ਕੀਤਾ ਹੈਗਾ ਹੈ, ਜਿਹਦੇ ਕਰਕੇ ਸੜਕਾਂ ਸਾਰੀਆਂ ਟੁੱਟ ਗਈਆਂ, ਕਿਉਂਕਿ ਵਾਟਰ ਸਪਲਾਈ ਕਰਕੇ ਵੀ ਤੋੜ ਫੋੜ ਹੋਈ ਹੈ ਤੇ ਸੀਵਰੇਜ ਕਰਕੇ ਵੀ। ਇਸ ਕਰਕੇ ਜਿੰਨਾ ਵੀ ਜ਼ਿਆਦਾ ਕੰਮ ਜਿਹੜਾ ਨੈਕਸਟ ਟਰਮ 'ਚ ਜੇ ਸਾਨੂੰ ਕਰਨ ਦਾ ਮੌਕਾ ਮਿਲਿਆ ਤੇ ਉਹ ਸੜਕਾਂ ਦਾ ਸਰ। ਮੈਂ ਇਹੀ ਕਹਿਣਾ ਚਾਹਾਂਗੀ ਕਿ ਉਹ 5 ਸਾਲਾਂ ਤੋਂ ਜਾਣਦੇ ਹੈ, ਉਹਨਾਂ ਨੇ ਸਾਡੀਆਂ ਸੇਵਾਵਾਂ ਨੂੰ ਅੱਛੀ ਤਰ੍ਹਾਂ ਨਾਲ ਜਾਣਿਆ ਹੈ, ਪਰਖਿਆ ਹੈ, ਔਰ ਜਿੱਥੇ ਵੀ ਬੁਲਾਇਆ ਅਸੀਂ ਹਾਜ਼ਰ ਹੋਏ ਹਾਂ, ਚਾਹੇ ਕਿਸੇ ਦੇ ਪਰਸਨਲ ਕੰਮ ਹੋਣ, ਵਾਰਡ ਦੇ ਕੰਮ ਹੋਣ, ਸਰਕਾਰੀ ਕੰਮ ਹੋਣ, ਨਗਰ ਨਿਗਮ ਦੇ ਕੰਮ ਹੋਣ, ਅਸੀਂ ਕਦੇ ਵੀ ਆਪਣੇ ਕੰਮ ਤੋਂ ਪਿੱਛੇ ਨਹੀਂ ਹਟੇ। ਅਗਰ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਡੀਆਂ ਸੇਵਾਵਾਂ ਅੱਛੀਆਂ ਲੱਗੀਆਂ, ਅਗਰ ਉਹਨਾਂ ਨੂੰ ਲੱਗਦਾ ਕਿ ਸਾਡੇ 'ਚ ਕੰਮ ਕਰਨ ਦੀ ਯੋਗਤਾ ਹੈਗੀ ਹੈ, ਅਗਰ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਅੱਗੇ ਵੀ ਮੌਕਾ ਦੇਣਾ ਚਾਹੀਦਾ, ਤੇ ਮੈਂ ਇਹ ਸਾਰਾ ਕੁਝ ਲੋਕਾਂ 'ਤੇ ਛੱਡ ਦਿੰਦੀ ਹਾਂ ਕਿ ਇਹ ਲੋਕੀ ਦੇਖਣਗੇ, ਪਰਖਣਗੇ ਕਿ ਮੈਡਮ ਨੇ ਕੰਮ ਕਰਵਾਇਆ ਹੈ ਵਧੀਆ, ਕਿਉਂਕਿ ਉਹ 20-25 ਸਾਲ ਤੋਂ ਉੱਥੇ ਰਹਿ ਰਹੇ ਹੈਗੇ ਆ। ਇੱਥੇ ਦੇਖੋ 20-25 ਸਾਲ ਤੋਂ ਮੈਂ ਨਹੀਂ ਕਹਾਂਗੀ ਕਿ ਕੌਂਸਲਰ ਰਹੇ ਹੈ, ਪ੍ਰਧਾਨ ਵੀ ਰਹੇ ਹੈ,
ਜਿਹੜੀਆਂ ਸਮੱਸਿਆਵਾਂ ਅਸੀਂ 5 ਸਾਲਾਂ ਵਿੱਚ ਸੋਲਵ ਕਰ ਦਿੱਤੀਆਂ, ਤੇ ਮੈਨੂੰ ਲੱਗਦਾ ਕਿ ਅਗਰ ਇੰਨੀ ਪੇਨ ਲੈਂਦੇ ਤੇ ਸ਼ਾਇਦ ਇਹ 10 ਸਾਲ ਪਹਿਲਾਂ ਵੀ ਸਮੱਸਿਆ ਹੱਲ ਹੋ ਸਕਦੀਆਂ ਸੀਗੀਆਂ। ਲੇਕਿਨ ਮੈਂ ਔਰ ਮੇਰੇ ਹਸਬੰਡ ਨੇ ਬਹੁਤ ਜ਼ਿਆਦਾ ਪੇਨ ਲਈ ਹੈਗੀ ਹੈ, ਔਰ ਅਸੀਂ ਇਹ ਸਮੱਸਿਆ ਤਕਰੀਬਨ ਲਗਭਗ ਸਾਰੀਆਂ ਦੂਰ ਕਰ ਦਿੱਤੀਆਂ। ਵਾਟਰ ਸਪਲਾਈ ਦੀ ਦੂਰ ਕਰ ਦਿੱਤੀ ਹੈ, ਸੀਵਰੇਜ ਦੀ ਦੂਰ ਕਰ ਦਿੱਤੀ ਹੈਗੀ ਹੈ। ਸੜਕਾਂ ਦਾ ਕੰਮ ਰਹਿ ਗਿਆ, ਉਹ ਪਹਿਲੇ ਕਮਿਟ ਕੀਤਾ ਸੀਗਾ ਕਿ ਸੜਕਾਂ ਇਸ ਟਰਮ 'ਚ ਨਹੀਂ ਬਣਦੀਆਂ। ਉਹਨਾਂ ਨੂੰ ਵੀ ਪਤਾ ਹੈਗਾ ਕਿ ਸਾਰਾ ਕੰਮ ਜਿਹੜਾ ਇੱਕ ਟਰਮ 'ਚ ਨਹੀਂ ਹੁੰਦਾ ਹੈਗਾ, ਜੇ ਹੁੰਦਾ ਤੇ ਮੈਨੂੰ ਲੱਗਦਾ ਕਿ ਇੰਨਾ ਕੰਮ ਜਿਹੜਾ ਪਿੱਛੇ ਨਹੀਂ ਸੀ ਪੈਣਾ। ਅੱਜ ਨੂੰ ਸਾਡਾ ਜਿਹੜਾ ਸ਼ਹਿਰ ਹੈ ਕਾਫੀ ਜ਼ਿਆਦਾ ਵਿਕਾਸ ਕਰ ਗਿਆ ਹੁੰਦਾ ਜੇ ਪਰ ਮੈਨੂੰ ਲੱਗਦਾ ਕਿ ਮੈਂ ਆਪਣੇ ਡੈਜ਼ਿਗਨੇਸ਼ਨ ਨਾਲ ਬਹੁਤ ਜ਼ਿਆਦਾ ਜਸਟੀਫਾਈ ਕੀਤਾ ਹੈਗਾ, ਬਹੁਤ ਜ਼ਿਆਦਾ ਕੰਮ ਕਰਵਾਏ ਹੈਗੇ ਹੈ, ਔਰ ਹੁਣ ਮੈਂ ਆਪਣਾ ਜਿਹੜਾ ਮਤਲਬ ਲੋਕਾਂ ਦੇ ਛੱਡ ਦਿੰਦੀ ਹਾਂ ਕਿ ਲੋਕੀ ਇਹਦਾ ਕੀ ਰਿਜ਼ਲਟ ਦਿੰਦੇ ਹੈਗੇ ਹੈ। ਬਹੁਤ ਜ਼ਿਆਦਾ ਯੋਗਦਾਨ ਦਿੱਤਾ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ, ਕੈਬਨਿਟ ਮਿਨਿਸਟਰ ਪੰਜਾਬ। ਉਹਨਾਂ ਦੀ ਬਦੌਲਤ ਹੀ ਇਹ ਸਭ ਕੁਝ ਹੋ ਰਿਹਾ। ਔਰ ਮੈਂ ਦੱਸਣਾ ਚਾਹਾਂਗੀ ਕਿ ਮੈਂ ਪਹਿਲੇ ਗੱਲ ਕੀਤੀ ਕਿ ਜਿਹੜੀ ਕੋਟਲਾ ਗੋਸਪੁਰ ਪਿੰਡਾਂ ਦੀ ਲਾਈਟ ਹੈਗੀ ਹੈ, ਉਹਦੇ ਨਾਲ ਦਾ ਮੁਹੱਲਾ ਜਿਹੜਾ ਸ਼ਿਵਲਕਿਨ ਕਲੇਵ ਹੈ, ਉਹ ਵੀ ਉੱਥੇ ਵੀ ਸਰ ਪਹਿਲੇ ਪੇਂਡੂ ਲਾਈਟ ਸੀਗੀ। ਉੱਥੇ ਵੀ ਉਹਨੂੰ ਸ਼ਹਿਰੀ ਲਾਈਟ ਕਰਵਾਉਣ ਵਾਸਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਬਣੇ ਹੈਗੇ ਆ, ਉਹ ਸਭ ਤੋਂ ਪਹਿਲਾਂ ਅਗਰ ਮੈਂ ਕਹਾਂ ਕਿ ਪਹਿਲਾ ਕੰਮ ਅਸੀਂ ਇਹੀ ਕੀਤਾ ਸੀਗਾ ਕਿ ਜਿਹੜੀ ਲਾਈਟ ਹੈ ਉੱਥੇ ਵੀ ਜਿਹੜੀ ਸ਼ਹਿਰ ਦੀ ਕਰਵਾਈ ਹੈ। ਉਹਦੇ ਵਿੱਚ ਸਰ ਉਹਨਾਂ ਨੇ, ਕੈਬਨਿਟ ਮਿਨਿਸਟਰ ਸਰ ਨੇ ਆਪਣੀ ਜੇਬ ਵਿੱਚੋਂ 50,000 ਰੁਪਏ ਦਾ ਯੋਗਦਾਨ ਦਿੱਤਾ ਸੀਗਾ ਤੇ ਉਹ ਜਿਹੜੀ ਲਾਈਟ ਹੈਗੀ ਹੈ ਸ਼ਹਿਰੀ ਕਰਵਾਈ ਸੀਗੀ। ਦੂਸਰਾ ਕੰਮ ਉਹਨਾਂ ਦੇ ਸਹਿਯੋਗ ਨਾਲ ਸਰ ਜਿਹੜਾ ਕੀਤਾ ਹੈਗਾ, ਉਹ ਆਦਮਬਾਗ ਰੋਡ ਤੇ ਅੱਜ ਤੱਕ ਸਰ ਜਿੱਥੇ ਬਹੁਤ ਜ਼ਿਆਦਾ ਲੁੱਟ ਖਸੁੱਟ ਹੁੰਦੀ ਰਹੀ ਹੈਗੀ ਹੈ, ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ ਰਹੀਆਂ, ਅੱਜ ਤੱਕ ਉਸ ਰੋਡ ਦੇ ਉੱਤੇ ਕਦੇ ਲਾਈਟ ਨਹੀਂ ਲੱਗੀ। ਉੱਥੇ ਜਿਹੜੀਆਂ ਲਾਈਟਾਂ ਉਹਨਾਂ ਦੇ ਹੀ ਬਦੌਲਤ ਜਿਹੜੀਆਂ ਉਹ ਲੱਗੀਆਂ ਹੈਗੀਆਂ ਸਰ, ਸਟਰੀਟ ਲਾਈਟ ਸਰ। ਤੀਸਰਾ ਕੰਮ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਹਨਾਂ ਨੇ ਸਾਡੇ ਤੇ ਭਰੋਸਾ ਕੀਤਾ ਔਰ ਉਹਨਾਂ ਨੇ ਆਪਣੇ ਫੰਡ ਵਿੱਚੋਂ ਜਿਹੜਾ ਸਾਨੂੰ ਇੱਕ 5 ਲੱਖ ਦਿੱਤੇ ਕਮਿਊਨਿਟੀ ਹਾਲ ਬਣਾਉਣ ਵਾਸਤੇ। ਕਿਉਂਕਿ ਤੁਸੀਂ ਦੇਖਿਆ ਹੀ ਹੈ ਕਿ ਵਾਰਡ ਨੰਬਰ 1 ਜਿਹੜਾ ਹੈਗਾ ਏਰੀਆ ਥੋੜਾ ਗਰੀਬ ਤਬਕਾ ਏਰੀਆ ਹੈਗਾ, ਜ਼ਿਆਦਾਤਰ ਲੋਕ ਰਹਿੰਦੇ ਹੈਗੇ ਕਿ ਇੱਥੇ ਕੋਈ ਵੀ ਸਾਰੇ ਲੋਕ ਜਿਹੜੇ ਆ ਵਿਆਹ ਸ਼ਾਦੀਆਂ ਜਿਹੜੇ ਹੈਗੇ ਆ ਪੈਲਸਾਂ ਵਿੱਚ ਨਹੀਂ ਕਰ ਸਕਦੇ। ਉਹਦੇ ਵਾਸਤੇ ਅਸੀਂ ਐਫਰਟਸ ਕੀਤੇ ਤੇ ਸਾਡੇ ਜਿਹੜੇ ਆਪਣੇ ਸ਼ਿਵ ਮੰਦਿਰ ਕਮੇਟੀ ਉਹਨਾਂ ਨੇ ਜਗ੍ਹਾ ਦਿੱਤੀ। ਸਾਡੇ ਮਨਦੀਪ ਸ਼ਰਮਾ ਜੀ ਹੈਗੇ ਆ ਭਾਈ ਸਾਹਿਬ, ਬਹੁਤ ਨਾਈਸ ਨੇ, ਉਹਨਾਂ ਨੇ ਜਗ੍ਹਾ ਦਿੱਤੀ ਹੈਗੀ ਹੈ ਕਮਿਊਨਿਟੀ ਹਾਲ ਵਾਸਤੇ। ਔਰ ਉੱਥੇ ਅਸੀਂ ਜਿਹੜਾ ਕਮਿਊਨਿਟੀ ਹਾਲ ਜਿਹੜਾ ਉਹਦੇ ਵਾਸਤੇ ਅਰੋੜਾ ਸਾਹਿਬ ਨੇ ਸਾਨੂੰ 5 ਲੱਖ ਦਿੱਤਾ ਔਰ ਉਹ ਜਿਹੜਾ ਕੰਮ ਹੈ ਹਾਲੇ ਅੰਡਰ ਕੰਸਟਰਕਸ਼ਨ ਚੱਲ ਰਿਹਾ ਹੈਗਾ। ਲੇਕਿਨ ਅੰਡਰ ਕੰਸਟਰਕਸ਼ਨ ਕੰਮ ਚਲਦੇ ਵੀ ਸਰ ਉੱਥੇ 6 ਫੰਕਸ਼ਨ ਹੋ ਗਏ ਹੈ, ਜਿੱਥੇ ਸ਼੍ਰੀ ਭਗਵਤ ਜੀ ਪਿਛਲੇ ਸਾਲ ਕਰਵਾਈ ਹੈ ਅਸੀਂ, ਸਪਤਾਹ ਜਿਹਨੂੰ ਕਹਿੰਦੇ ਹੈਗੇ ਆ। ਫਿਰ ਸਰਸਵਤੀ ਪੂਜਨ ਹੋ ਗਿਆ ਸਰ, 2 ਲੜਕੀਆਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਹੋ ਗਈਆਂ ਔਰ ਸਰ ਇੱਕ ਉੱਥੇ ਸਾਡੇ ਮਤਲਬ ਜਿਹਨੂੰ ਰਸਮ ਪਗੜੀ ਕਹਿੰਦੇ ਆ ਉਹ ਹੋ ਗਈ ਹੈਗੀ ਹੈ। ਔਰ ਬੜੀ ਖੁਸ਼ੀ ਹੈ ਕਿ ਲੋਕਾਂ ਦੇ ਕੰਮ ਆ ਰਿਹਾ। ਅਸੀਂ ਜੋ ਕੋਈ ਚੀਜ਼ ਬਣਾਈ ਹੈ ਤੇ ਲੋਕੀ ਉਹਦੀ ਜਿਹੜੀ ਹੈਗੀ ਹੈ ਵਰਤੋਂ ਕਰ ਰਹੇ ਹੈਗੇ ਆ, ਉਹਦਾ ਮਤਲਬ ਉਹ ਪ੍ਰਯੋਗ 'ਚ ਆ ਰਹੀ ਹੈ ਲੋਕਾਂ ਦੇ ਵਾਸਤੇ। ਔਰ ਅੱਗੇ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਕਹਾਂਗੀ ਕਿ ਮੈਂ ਸਰ ਨੂੰ ਅੱਗੇ ਇਹ ਮਤਲਬ ਰਿਕੁਐਸਟ ਕਰ ਰਹੀ ਹਾਂ, ਪ੍ਰਾਰਥਨਾ ਕਰ ਰਹੀ ਹਾਂ ਕਿ ਉਹ ਕਿਉਂਕਿ ਅੰਡਰ ਕੰਸਟਰਕਸ਼ਨ ਚੱਲ ਰਿਹਾ ਉਹਦੇ ਵਾਸਤੇ ਘੱਟੋ ਘੱਟ ਹਾਲੇ 5 ਲੱਖ ਜਿਹੜਾ ਉਹ ਹੋਰ ਲੱਗ ਜਾਣਾ। ਤੇ ਮੈਂ ਇਹੀ ਕਹਾਂਗੀ ਕਿ 5 ਲੱਖ ਦੀ ਜਿਹੜੀ ਡਿਮਾਂਡ ਕਰਦੀ ਹਾਂ ਕਿ 5 ਲੱਖ ਹੋਰ ਦਿੱਤਾ ਜਾਏ ਤਾਂ ਕਿ ਉਹ ਵਧੀਆ ਤਰੀਕੇ ਦਾ ਬਣ ਜਾਏ ਤੇ ਲੋਕੀ ਉਹਨੂੰ ਉਪਯੋਗ 'ਚ ਲਿਆਉਣ ਤੇ ਵਰਤੋਂ ਕਰਨ। ਧੰਨਵਾਦ।